ਸਮਝ ਆਵੇ। ਸਭ ਤੋਂ ਵੱਡਾ ਬਹਿਰੂਪੀਆ ਸਿੱਖਾਂ ਵਿੱਚ ਬਣਨਾ ਸਭ ਤੋਂ ਸੌਖਾ। ਗੋਲ ਪੱਗ ਬੰਨੋ, ਕਿਰਪਾਨ ਵੱਡੀ ਪਾ ਲਓ ਤੇ ਬਾਬਾ ਜੀ ਬਾਬਾ ਜੀ। It's not, I'm not talking against all babas, but ਜੇ 85% of normal population ਪਰ ਵਿੱਚ ਕਰਪਸ਼ਨ ਆ ਜਾਵੇ ਨਾ, ਫਿਰ ਉਹ ਸਾਰੇ ਮਾੜੇ ਮੰਨੇ ਜਾਂਦੇ ਨੇ। ਇਹ ਗੁਰਬਾਣੀ ਦਾ ਆਪਣਾ ਹੀ ਕਥਨ ਆ। ਫਿਰ ਤੁਸੀਂ ਗੁਰੂ ਨਾਲ ਲੜੋ, ਮੈਨੂੰ ਕਿਉਂ? ਉੱਥੇ ਲਿਖਿਆ ਹੀ ਆ, ਇਹ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। This is what Guru is observing. So we need to get into the same mode ਕਿ ਅਸੀਂ ਜਿਹੜੇ ਕੈਰੈਕਟਰਿਸਟਿਕਸ ਨੇ ਨਾ ਸਿੱਖਾਂ ਵਾਲੇ, ਚੰਗੀਆਂ ਗੱਲਾਂ ਤਾਂ ਸਾਰਿਆਂ ਨੂੰ ਆਉਂਦੀਆਂ ਨੇ। ਉਹ ਤਾਂ ਇਕਬਾਲ ਨੇ ਵੀ ਕਹਿਤਾ ਸੀਗਾ, ਗੁਫ਼ਤਗੂ ਕਾ ਕਾਜ਼ੀ ਤੋਂ ਬਣ ਗਿਆ ਪਰ ਕਿਰਦਾਰ ਕਾ ਕਾਜ਼ੀ ਨਾ ਬਣ ਸਕਾ। ਇਹੀ ਗੁਰਬਾਣੀ 'ਚ ਲਿਖਿਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਸੇਮ ਆਈਡੀਆ। ਟੂ ਟਾਕ ਅਬਾਊਟ ਥਿੰਗਸ ਇਜ਼ ਵੈਰੀ ਈਜ਼ੀ। ਇੰਟੈਗਰਿਟੀ ਵਰਡ ਅਸੀਂ ਯੂਜ਼ ਕਰ ਲੈਂਦੇ ਆ। ਅੱਜ ਸਾਡੇ 'ਚ ਇੰਟੈਗਰਿਟੀ ਹੈ ਨਹੀਂ। ਇੰਟੈਗਰਿਟੀ ਕੀ ਹੁੰਦੀ ਆ? ਡੂਇੰਗ ਦ ਰਾਈਟ ਥਿੰਗ ਵੈਨ ਨੋ ਵਨਸ ਲੁਕਿੰਗ। ਵੀ ਆਲ ਡੂ ਦ ਰਾਈਟ ਥਿੰਗ ਵੈਨ ਸਮਬਡੀ ਇਜ਼ ਲੁਕਿੰਗ। ਇਹ ਸਾਡੇ ਜਿਹੜੇ ਬਜ਼ੁਰਗਾਂ ਨੇ ਸਾਡੇ ਲਈ ਮਹਿਲ ਉਸਾਰੇ ਸੀ ਨਾ, ਗੁਰੂ ਸਾਹਿਬਾਨ ਨੇ ਜਿਹੜਾ ਸਾਨੂੰ ਖਜ਼ਾਨਾ ਦਿੱਤਾ ਸੀ, ਉੱਥੇ ਗੱਲ ਸੀਗੀ ਬਿਹੇਵੀਅਰ ਤੇ ਕੈਰੈਕਟਰਿਸਟਿਕਸ ਦੀ, ਜਿਹਦੇ ਬਾਰੇ ਪਹਿਲੇ ਸ਼ਲੋਕ ਚਾਸਾ ਕੀ ਵਾਰ 'ਚ ਲਿਖਿਆ ਕਿ ਸਾਡਾ ਮੇਨ ਪਰਪਸ ਗੁਰੂ ਕੋਲ ਜਾਣ ਦਾ ਹੈਗਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਵੀ ਗੋ ਟੂ ਦ ਗੁਰੂ ਟੂ ਟਰਾਂਸਫਾਰਮ ਅਰ ਬਿਹੇਵੀਅਰ। ਇੱਕ ਆਮ ਬੰਦੇ 'ਚੋਂ ਇੱਕ ਬਹੁਤ ਵਧੀਆ ਦੇਵਤਾ ਸਰੂਪ ਬੰਦਾ ਬਣਾ ਦੇਣਾ। ਕਹਿੰਦੇ ਇਸ ਕਰਕੇ ਅਸੀਂ ਗੁਰੂ ਨੂੰ 1000 ਵਾਰ ਨਮਸਕਾਰ ਕਰਦੇ ਹਾਂ ਦਿਨ 'ਚ। ਕੀ ਅਸੀਂ ਟਰਾਂਸਫਰਮੇਸ਼ਨ ਲਈ ਗੁਰੂ ਕੋਲ ਜਾ ਰਹੇ ਹਾਂ? ਜਿਹੜਾ ਗਿਆ ਉਹ ਸੱਜਣ ਠੱਗ ਦਾ ਇਹ ਮਤਲਬ ਆ। ਜੇ ਅਸੀਂ ਟਰਾਂਸਫਰਮੇਸ਼ਨ ਲਈ ਜਾਵਾਂਗੇ, ਫਿਰ ਸਾਨੂੰ ਭਾਵੇਂ ਦੁਨੀਆ 'ਚ ਲੱਗੇ ਕਿ ਸਭ ਕੁਝ ਮਾੜਾ ਚੱਲ ਰਿਹਾ, ਕਿ ਸਿੱਖਾਂ ਦਾ ਕਤਲੇਆਮ ਵੀ ਹੋ ਰਿਹਾ, ਤੇ ਜਿਹੜੀਆਂ ਤੁਸੀਂ ਗੱਲਾਂ ਸੁਣ ਕੇ ਹਟੇ ਹੋ ਪਿੱਛੇ, ਸਭ ਕੁਝ ਹੁੰਦਾ ਹੋਏ ਵੀ ਜਿਹੜਾ ਗੁਰੂ ਨਾਲ ਰਿਸ਼ਤਾ ਜਿਹਦਾ ਗਹਿਰਾ ਹੈਗਾ, ਉਹਨੂੰ ਲੱਗੂ ਸਭ ਕੁਝ ਠੀਕ ਆ, ਕੋਈ ਪ੍ਰੋਬਲਮ ਹੀ ਨਹੀਂ। ਉਹ ਤਾਂ ਐਨਾਲਿਸਿਸ ਦੇ ਲੈਵਲ 'ਤੇ ਅਸੀਂ ਕਹਿ ਰਹੇ ਨਾ ਕੀ ਪ੍ਰੋਬਲਮ ਚੱਲ ਰਹੀ ਆ, ਪਰ ਪ੍ਰੋਬਲਮ ਸੋਲਵ ਵੀ ਅਸੀਂ ਕਰਨੀ ਆ। ਜੇ ਉਹ ਸਾਨੂੰ ਮਾਰ ਰਹੇ, ਉਹ ਤਾਂ ਸਰਕਾਰਾਂ ਮਾਰਦੀਆਂ ਹੀ ਹੁੰਦੀਆਂ, ਇਹਦੇ 'ਚ ਕਿਹੜੀ ਵੱਡੀ ਗੱਲ ਆ। ਅਸੀਂ ਰਿਸਪੌਂਸ ਕਿਵੇਂ ਦੇਣਾ, ਇਹ ਸਾਡੇ ਕੋਲੋਂ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਅਸੀਂ ਸੋਚ ਹੀ ਨਹੀਂ ਰਹੇ ਸਿੱਖ ਸੁਰਤ ਵਿੱਚੋਂ। ਅਸੀਂ ਸੋਚ ਰਹੇ ਹਾਂ ਹੋਰ ਧਰਮਾਂ ਅਤੇ ਹੋਰ ਫਲਸਫਿਆਂ ਵਿੱਚੋਂ। ਉਹ ਸੁਰਤ ਜਦ ਜਾਗਦੀ ਆ, ਫਿਰ ਰਿਸਪੌਂਸ ਆਪਣੇ ਆਪ ਤਿਆਰ ਹੋ ਜਾਂਦਾ। ਫਿਰ ਅਸੀਂ ਆਪਣੇ ਬੱਚੇ ਨਾਲ ਕਿਵੇਂ ਡੀਲ ਕਰਨਾ, ਆਪਣੇ ਬਜ਼ੁਰਗਾਂ ਨਾਲ ਕਿਵੇਂ ਡੀਲ ਕਰਨਾ, ਅਸੀਂ ਕਿਹੋ ਜਿਹੀ ਕਵਿਤਾ ਲਿਖਣੀ, ਕਿਹੋ ਜਿਹੀ ਸ਼ੈਲੀ ਦੇ ਵਿੱਚ ਮੂਵੀ ਬਣਾਉਣੀ ਆ, ਕਿਹੋ ਜਿਹੇ ਪ੍ਰੋਗਰਾਮ ਗੁਰਦੁਆਰਿਆਂ ਵਿੱਚ ਕਰਨੇ ਨੇ, ਸਮੇਂ ਦੀਆਂ ਸਰਕਾਰਾਂ ਨਾਲ ਕਿੱਦਾਂ ਲੜਨਾ, ਇਹ ਸਭ ਕੁਝ ਆਉਂਦਾ। ਇਹ ਸਿੱਖਾਂ ਨੇ ਕਰਕੇ ਦਿਖਾਇਆ ਪਿਛਲੇ 500 ਸਾਲਾਂ ਦੇ ਇਤਿਹਾਸ ਵਿੱਚ। 25 ਸਾਲ ਪਹਿਲਾਂ ਵੀ, 100 ਸਾਲ ਪਹਿਲਾਂ ਵੀ, 200 ਸਾਲ ਪਹਿਲਾਂ ਵੀ, 300 ਸਾਲ ਪਹਿਲਾਂ ਵੀ। ਪੋਸਟ ਗੁਰੂ ਪੀਰੀਅਡ ਵਿੱਚ ਇਹਦੇ ਬੜੇ ਐਗਜ਼ਾਮਪਲ ਨੇ। ਉਹ ਐਗਜ਼ਾਮਪਲਸ ਨੂੰ ਅਸੀਂ ਜੇ ਵਾਪਸ ਆਪਣੀ ਲਾਈਫ ਵਿੱਚ ਲੈ ਕੇ ਆਉਣਾ, ਵੀ ਮਸਟ ਇਨਵਾਈਟ ਸ਼ਬਦ ਇਨ ਅਰ ਲਾਈਫ। ਸ਼ਬਦ ਆਪਣੀ ਲਾਈਫ ਵਿੱਚ ਤਾਂ ਹੀ ਇਨਵਾਈਟ ਹੋਊਗਾ ਜੇ ਅਸੀਂ ਗੁਰੂ ਦੇ ਨਾਲ ਰਿਸ਼ਤਾ ਜੋੜਾਂਗੇ। ਦਿਸ ਇਜ਼ ਵੇਅਰ ਆਈ ਸਟਾਰਟਿਡ ਦ ਕਨਵਰਸੇਸ਼ਨ ਵਿਦ। ਹੁਣ ਉਹ ਰਿਸ਼ਤਾ ਜੋੜੀਏ ਕਿਵੇਂ? ਦੈਟਸ ਦ ਸੈਕੰਡ ਪਾਰਟ। ਉਹਦੇ ਲਈ ਗੁਰਬਾਣੀ ਵਿੱਚ ਨਾ ਇੱਕ ਫਰੇਮਵਰਕ ਦੀ ਗੱਲ ਅਸੀਂ ਜੇ ਕਰੀਏ, ਪਹਿਲੀ ਗੱਲ ਗੁਰਬਾਣੀ 'ਚ ਹੈਗੀ ਕਿ ਜੇ ਅੱਜ ਕੱਲ੍ਹ ਇੰਨੀਆਂ ਸੰਸਥਾਵਾਂ ਨੇ, ਪਤਾ ਹੀ ਨਹੀਂ ਲੱਗਦਾ ਯਾਰ ਕਿਹੜੀ ਆਪਸ਼ਨ ਲਈਏ। ਜਿਵੇਂ ਨੀਤਸ਼ੇ ਕਹਿੰਦਾ ਸੀ ਨਾ, ਦੇਰ ਇਜ਼ ਅ ਮਾਰਕੀਟ ਪਲੇਸ ਆਫ ਆਈਡੀਆਜ਼। ਕਿਹੜਾ ਆਈਡੀਆ ਖਰੀਦੀਏ? ਹੁਣ ਸਾਡੇ ਲਈ ਵੀ ਇਹੀ ਆ। ਇੰਨੇ ਸਕੂਲਸ ਆਫ ਥਾਟ ਖੜੇ ਹੋ ਗਏ ਆ, ਕਿਹੜਾ ਸਕੂਲ ਆਫ ਥਾਟ ਵਧੀਆ ਹੈਗਾ? ਟਕਸਾਲੀ ਨੇ, ਜਥੇਵਾੜੇ ਨੇ, ਮਿਸ਼ਨਰੀਜ਼ ਨੇ, ਸੰਤ ਪਰੰਪਰਾਵਾਂ ਨੇ, ਗਿਆਨੀ ਸੰਪਰਦਾਇ ਦੀਆਂ ਕਈ ਸੰਪਰਦਾਵਾਂ ਨੇ, ਕਿਹੜਾ ਸਕੂਲ ਵਧੀਆ? ਅਗੇਨ ਵੀ ਹੈਵ ਟੂ ਗੋ ਬੈਕ ਟੂ ਗੁਰੂ ਗ੍ਰੰਥ ਸਾਹਿਬ। ਸਾਡੇ ਕੋਲ ਇੱਕੋ ਯੂਨੀਫਿਕੇਸ਼ਨ ਪੁਆਇੰਟ ਹੈ, ਅਤੇ ਉੱਥੇ ਦੱਸਿਆ ਗਿਆ ਕਿ ਹਮਾਰਾ ਧੜਾ, ਇਹੀ ਵਰਡ ਯੂਜ਼ ਕੀਤੇ ਗਏ ਨੇ, ਹਮਰਾ ਧੜਾ, ਸੌਰੀ, ਕਿ ਅਸੀਂ ਕਿਹੜਾ ਧੜਾ ਲੈਣਾ, ਕਿਹੜਾ ਜਿਹੜਾ ਰੱਬ ਦੇ ਨਾਲ ਮਿਲਾਉਂਦਾ। ਆਈ ਪਰਸਨਲੀ ਫੋਲੋ ਦੈਟ ਅਪਰੋਚ ਕਿ ਹਰੇਕ ਜਥੇਬੰਦੀ ਵਿੱਚ ਜਾਓ, ਹਰੇਕ ਦੀ ਆਪਣੀ ਕੋਸ਼ਿਸ਼ ਹੈਗੀ ਵਧੀਆ ਚੀਜ਼ਾਂ ਪੈਦਾ ਕਰਨ ਦੀਆਂ, ਬਟ ਆਪਣੇ ਆਪ ਵਿੱਚ ਕੋਈ ਵੀ ਮੁਕੰਮਲ ਨਹੀਂ। ਅਦਰਵਾਈਜ਼ ਦੇਰ ਇਕੁਅਲ ਟੂ ਦ ਪੰਥ। ਫਿਰ ਫਾਇਦਾ ਕੀ? ਵੀ ਮਸਟ ਫੋਲੋ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਿ ਜੇ ਗੁਰੂ ਤੋਂ ਘੱਟ ਗੱਲ ਹੋ ਰਹੀ ਆ, ਜੇ ਕਿਸੇ ਇੰਡੀਵਿਜੂਅਲ ਨੂੰ, ਇੱਕ ਸੰਸਥਾ ਨੂੰ ਮੂਹਰੇ ਰੱਖਿਆ ਜਾ ਰਿਹਾ, ਉੱਥੋਂ ਦੂਰ ਚਲੇ ਜਾਓ। ਬਿਕੋਜ਼ ਐਵਰੀਥਿੰਗ ਅਦਰ ਦੈਨ ਦ ਗੁਰੂ ਇਜ਼, ਜਿਹਨੂੰ ਕਹਾਂਗੇ, ਇਮੈਚੋਰ। ਕੱਚੇ ਹੈਗੇ ਆ ਫਿਰ ਅਸੀਂ। ਕੱਚਾ ਇਜ਼ ਇਮੈਚੋਰ। ਮੈਂ ਮਾੜੇ ਲਫ਼ਜ਼ ਨਹੀਂ ਵਰਤਾਂਗਾ ਉਹਦੇ ਲਈ। ਕੱਚਾ ਇਜ਼ ਇਮੈਚੋਰ, ਅਨਰਾਈਪਨਡ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਵੀ ਮਸਟ ਵਰਕ ਟੂਵਰਡਸ ਮੈਚੋਰਿਟੀ। ਉਹ ਮੈਚੋਰਿਟੀ ਵਿੱਚ ਜਾਣ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦੱਸੀ ਹੋਈ ਆ। ਬਾਬਾ ਫਰੀਦ ਜੀ ਦੇ ਸ਼ਬਦਾਂ ਵਿੱਚ ਉਹ ਕਹਿੰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਵਟ ਯੂ ਆਰ ਸੇਇੰਗ ਐਂਡ ਵਟ ਯੂ ਆਰ ਥਿੰਕਿੰਗ, ਜੇ ਉਹ ਦੋਨਾਂ ਵਿੱਚ ਸਿੰਕਰਨਾਈਜੇਸ਼ਨ ਨਹੀਂ ਆ, ਇਹ ਬੰਦਾ ਜੇ ਅੰਡਰ ਡਿਵੈਲਪਡ ਆ। ਅੰਡਰ ਡਿਵੈਲਪਡ ਚੀਜ਼ਾਂ ਨੂੰ ਨਾ ਫੋਲੋ ਕਰੋ, ਡਿਵੈਲਪਡ ਚੀਜ਼ਾਂ ਨੂੰ ਫੋਲੋ ਕਰੋ। ਜਿੱਥੇ ਜੋ ਬੋਲਿਆ ਜਾ ਰਿਹਾ, ਤਾਂ ਜੋ ਹੋ ਰਿਹਾ, ਉਹ ਪ੍ਰਤੱਖ ਹੈਗਾ। ਸੈਕਿੰਡ ਲਿਟਮਸ ਟੈਸਟ ਗੁਰਬਾਣੀ ਦੇ ਵਿੱਚ ਕਿਹੜੀਆਂ ਸਾਖੀਆਂ, ਕਿਉਂਕਿ ਜੇ ਅਸੀਂ ਫੋਲੋ ਗੁਰੂ ਸਾਹਿਬ ਨੂੰ ਕਰਨਾ, ਤਾਂ ਗੁਰੂ ਸਾਹਿਬ ਦੀ ਕਿਹੜੀ ਹਿਸਟਰੀ ਦੱਸੀਏ? ਹਿਸਟਰੀ ਦੇ ਮਾਹਰ ਇੱਥੇ ਬੈਠੇ ਨੇ, ਤੁਹਾਨੂੰ ਉਹ ਆਪਣੇ ਐਂਗਲ ਤੋਂ ਦੱਸਣਗੇ।
ਮੈਂ ਸਿਰਫ ਗੁਰਬਾਣੀ ਦੇ ਫੋਕਸ ਤੋਂ ਗੱਲ ਕਰ ਰਿਹਾ। ਕਿਹੜੀ ਹਿਸਟਰੀ ਦੱਸੀਏ? ਮੇਰੇ ਵਰਗਿਆਂ ਨੂੰ ਬੜੀ ਪ੍ਰੋਬਲਮ ਆਉਂਦੀ, ਅਸੀਂ ਜਦ ਐਜੂਕੇਟ ਕਰ ਰਹੇ ਹਾਂ ਚੀਜ਼ਾਂ ਨੂੰ, ਦੇਰ ਸੋ ਮੈਨੀ ਵਰਜ਼ਨਸ, ਹਰ ਲੈਵਲ ਤੇ ਅਸੀਂ ਸ਼ੰਕਾ ਖੜਾ ਕੀਤਾ ਹੋਇਆ, ਡਾਊਟ ਹੀ ਡਾਊਟ ਖੜੇ ਕੀਤੇ ਹੋਏ ਨੇ। ਗੁਰੂ ਦੀ ਅਰਲੀਅਰ ਗੱਲ ਹੋਈ ਸੀ ਨਾ, ਸਤਿਗੁਰ ਵੱਡਾ ਕਰ ਸਾਲਾਈਏ ਜਿਸ ਵਿੱਚ ਵੱਡੀਆਂ ਵਡਿਆਈਆਂ। ਬਟ ਕਈ ਵਾਰ ਅਸੀਂ ਜਦ ਵਡਿਆਈ ਕਰਨ ਲੱਗਦੇ ਹਾਂ, ਕਿਉਂਕਿ ਸਾਡਾ ਫਰੇਮਵਰਕ ਇੰਨਾ ਛੋਟਾ, ਅਸੀਂ ਗੁਰੂ ਨੂੰ ਛੋਟਾ ਬਣਾ ਦਿੰਦੇ ਹਾਂ। ਮਹਿਬੂਬ ਸਾਹਿਬ ਨੇ ਇੱਕ ਆਪਣੇ 10ਵੇਂ ਪਾਤਸ਼ਾਹ ਦੇ ਬਾਰੇ ਜਿਹੜੀ ਕਿਤਾਬ ਆ ਉਹਨਾਂ ਦੀ ਚੌਥੀ ਕਿਤਾਬ ਸਹਿਜ ਰਚਿਓ ਖਾਲਸਾ 'ਚ, ਉਹਦੇ ਇੱਕ ਪੈਰਾਗ੍ਰਾਫ ਲਿਖਿਆ ਸ਼ੁਰੂ 'ਚ, ਆਈ ਲਵ ਦੈਟ ਪੈਰਾਗ੍ਰਾਫ। ਉਹ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਨੂੰ ਅੱਜ ਦੀਆਂ ਜਿਹੜੀਆਂ ਹਿਸਟੋਰੀਕਲ ਟ੍ਰੈਂਡਸ ਨੇ, ਅੱਜ ਦੀਆਂ ਜਿਹੜੀਆਂ ਸਾਈਕੋਲੋਜੀਕਲ ਟੈਕਨੀਕਸ ਨੇ, ਅੱਜ ਦੇ ਜਿਹੜੇ ਧਰਮਾਂ ਦੇ ਮਿਆਰ ਨੇ, ਉਹਨਾਂ ਵਿੱਚ ਦੇਖੋਗੇ ਜਾ ਕੇ ਜੇ, ਉਹ ਇੱਕ ਬਹੁਤ ਵੱਡਾ ਗੁਨਾਹ ਹੈਗਾ। ਕਿਉਂ? ਕਿਉਂਕਿ ਇਹਨਾਂ ਚੀਜ਼ਾਂ ਦੀ ਦਿਸ਼ਾ ਤੇ ਗਤੀ ਦੋਨੋਂ ਹੀ ਕੁਛ ਹੋਰ ਨੇ ਗੁਰੂ ਦੀਆਂ। The movement of the Guru and the direction of the Guru does not fall into the paradigm of the studies of religion and history. ਇਸ ਕਰਕੇ ਅਸੀਂ ਗੁਰੂ ਨੂੰ ਆਪਣੇ ਲੈਵਲ ਤੇ ਲਿਆ ਕੇ ਨਾ ਦੇਖੀਏ, ਗੁਰੂ ਨੂੰ ਅਗਲੇ ਲੈਵਲ ਤੇ ਕਿਵੇਂ ਦੇਖੀਏ, ਉਹਦੇ ਬਾਰੇ ਇੱਕ ਲਿਟਮਸ ਟੈਸਟ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈਗਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ, ਵੀ ਸ਼ੁੱਡ ਓਨਲੀ ਟੈਲ ਦੋਜ਼ ਨੈਰੇਟਿਵਸ। ਸਿਰਫ ਉਹ ਸਾਖੀਆਂ ਦੱਸੋ ਜਿਨ੍ਹਾਂ ਵਿੱਚ ਇੱਕ ਟਰਾਂਸਫਰਮੇਸ਼ਨਲ ਐਬਿਲਿਟੀ ਆ। ਤੁਹਾਨੂੰ ਸੋਚਣਾ ਪਊ ਉਹਦੇ ਬਾਰੇ। ਪੁੱਤ ਸਪੁੱਤ ਕਰਨ, ਜਿਹੜਾ ਇੱਕ ਐਵਰੇਜ ਚਾਈਲਡ ਨੂੰ ਇੱਕ ਪ੍ਰੋਜਨੀ ਬਣਾ ਦੇਵੇ, ਉਹ ਕਹਾਣੀਆਂ ਦੱਸੋ। ਐ ਨਹੀਂ ਕਿ ਜਿਹੜੀ ਮਰਜ਼ੀ ਕਹਾਣੀ ਦੱਸਤੀ, ਉਹ ਕਹਾਣੀਆਂ ਜਿਹਦੇ ਨਾਲ ਕਿ ਸੰਗਤ ਦੇ ਬਟੂਏ ਖੁੱਲ੍ਹ ਜਾਣ ਅਤੇ ਤੁਹਾਡੇ ਕੋਲ ਪੈਸੇ ਆ ਜਾਣ। ਉਹ ਗੁਰਬਾਣੀ 'ਚ ਲਿਖਿਆ ਉਹਦੇ ਬਾਰੇ ਵੀ, ਉਹ ਤਾਂ ਰੋਟੀਆਂ ਕਾਰਨ ਪੂਰੇ ਤਾਲ ਹੈਗਾ। ਫਿਰ ਉਹਦੇ ਦੱਸਿਆ ਕਿਹੜੇ ਨੈਰੇਟਿਵ ਦੱਸੋ, ਸਾਰੇ ਨੈਰੇਟਿਵ ਨਹੀਂ ਦੱਸਣ ਵਾਲੇ। ਉਹ ਨੈਰੇਟਿਵਸ ਜਿਨ੍ਹਾਂ ਵਿੱਚ ਕਪੈਸਿਟੀ ਹੈਗੀ ਕਿ ਜਿਹੜਾ ਬੱਚਾ ਉਹਨੂੰ ਸੁਣ ਰਿਹਾ, ਉਹ ਬੱਚੇ ਦੇ ਵਿੱਚ ਵੀ ਟਰਾਂਸਫਰਮੇਸ਼ਨ ਆਵੇ ਸੁਣ ਕੇ। ਦਿਸ ਇਜ਼ ਦਾ ਸੈਕਿੰਡ ਪੁਆਇੰਟ। ਐਂਡ ਦਾ ਥਰਡ ਪੁਆਇੰਟ ਆਫ ਅਸੀਂ ਕਿਹੜੀ ਚੀਜ਼ਾਂ ਲੈ ਕੇ ਆਈ ਆਪਣੀ ਲਾਈਫ ਵਿੱਚ, ਉਹ ਹੈਗਾ ਕਿ ਸਾਡਾ ਲਾਈਫ ਸਟਾਈਲ ਕੀ ਹੋਵੇ। ਇਹ ਪਤਾ ਕਿਵੇਂ ਲੱਗੇ ਕਿ ਸਿੱਖਾਂ ਦੇ ਗੁਣ ਕੀ ਨੇ, ਕਿਸ ਤਰ੍ਹਾਂ ਦੇ ਸਿੱਖ ਬਣੀਏ, ਕਿਉਂਕਿ ਜੇ ਅੰਦਰਲੀ ਜੇ ਬਾਹਰਲੀ ਲੜਾਈ ਦੋਨੋਂ ਲੜਦੀਆਂ ਨੇ। ਇਹਦੇ ਬਾਰੇ ਐਜ਼ ਐਨ ਐਜੂਕੇਟਰ ਆਈ ਵੁੱਡ ਸੇ ਇੱਕ ਡਿਵੈਲਪਮੈਂਟ ਪ੍ਰੋਸੈਸ ਹੈਗਾ। ਉਸ ਡਿਵੈਲਪਮੈਂਟ ਪ੍ਰੋਸੈਸ ਵਿੱਚ ਸਾਨੂੰ ਕੁਝ ਬੜਾ ਸੋਚਣ ਦੀ ਨਹੀਂ ਗੁਰਬਾਣੀ ਦੇ ਮੁਤਾਬਕ, ਕਿਉਂਕਿ ਕਈ ਵਾਰ ਹੁੰਦਾ ਕੀ ਹੈ ਨਾ, ਅਸੀਂ ਕਈ ਚੀਜ਼ਾਂ ਨੂੰ ਅਨਨੈਸੈਸਰੀਲੀ ਕੰਪਲੀਕੇਟਡ ਬਣਾ ਦਿੰਦੇ ਹਾਂ। ਇਹ ਵੀ ਇੱਕ ਜੌਬ ਸਿਕਿਉਰਿਟੀ ਹੁੰਦੀ ਹੈ ਤਾਂ ਕਿ ਕੋਈ ਆ ਕੇ ਦੱਸੇ ਵਾਰ-ਵਾਰ ਕਿਵੇਂ ਕਿਹੋ ਜਿਹੇ ਬਣੋ। ਗੁਰਬਾਣੀ ਵਾਸ ਫॉर ਮੈਸਸ, ਆਮ ਬੰਦੇ ਲਈ, ਸੰਗਤ ਲਈ ਬਣੀ ਸੀ। ਇਹ ਸੰਗਤ ਲਈ ਇੱਕ ਸਿੰਪਲ ਲਿਟਮਸ ਟੈਸਟ ਹੁੰਦੇ ਨੇ, ਕਿਹੋ ਜਿਹਾ ਬਣੋ। ਗੁਰਬਾਣੀ 'ਚ ਲਿਖਿਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੋ ਵੀ ਤੁਹਾਨੂੰ ਰੱਬ ਬਾਰੇ ਪਤਾ, ਉਹ ਵਾਲੇ ਗੁਣ ਜੇ ਆਪਣੀ ਲਾਈਫ ਵਿੱਚ ਲੈ ਆਉਂਦੇ ਹੋ, ਤੁਹਾਨੂੰ ਰਿਸਪੌਂਸ ਦੇਣੇ ਆ ਜਾਣਗੇ। ਦਿਸ ਇਜ਼ ਵਾਈ ਗੁਰ ਪਰਮੇਸ਼ਰ ਏਕੋ ਜਾਣ, ਜਿਹੜਾ ਅੱਜ ਦਾ ਹੁਕਮ ਆ ਦਰਬਾਰ ਸਾਹਿਬ ਦਾ, ਕਿ ਗੁਰੂ ਸਾਹਿਬਾਨ ਦੇ ਜਿਹੜੇ ਵੀ ਰੱਬੀ ਗੁਣ ਅਸੀਂ ਦੈਵੀ ਗੁਣ ਮੰਨਦੇ ਹਾਂ, ਉਹ ਆਪਣੀ ਲਾਈਫ ਵਿੱਚ ਲੈ ਆਏ। ਇਸ ਕਰਕੇ ਗੁਰੂ ਅਰਜਨ ਪ੍ਰਤੱਖ ਹਰ। ਇਟ ਇਜ਼ ਆਲ ਅਬਾਊਟ ਕੈਰੈਕਟਰਿਸਟਿਕਸ ਐਂਡ ਬਿਹੇਵੀਅਰ। ਜਦ ਸਾਡੇ ਕੈਰੈਕਟਰ ਅਤੇ ਬਿਹੇਵੀਅਰ ਦੇ ਵਿੱਚ ਰੱਬੀ ਗੁਣ, ਡਿਵਾਈਨ ਗੁਣ ਆ ਜਾਂਦੇ ਨੇ, ਫਿਰ ਸਾਨੂੰ ਰਾਜ ਲੈਣਾ ਅਤੇ ਰਾਜ ਖੋਣਾ ਵੀ ਆ ਜਾਂਦਾ। ਦਿਸ ਇਜ਼ ਰਿਕਾਰਡਡ ਇਨ ਗੁਰੂ ਗ੍ਰੰਥ ਸਾਹਿਬ। ਭਟਕਲ ਇਜ਼ ਰਾਈਟਿੰਗ ਦਿਸ ਇਨ ਦੀ ਪ੍ਰੇਜ਼ ਆਫ ਗੁਰੂ ਅਮਰਦਾਸ ਸਾਹਿਬ। ਉੱਥੇ ਦੱਸਿਆ ਜਾ ਰਿਹਾ, ਤੇ ਨਰ ਤੋਂ ਲਾਈਨ ਸ਼ੁਰੂ ਹੁੰਦੀ ਆ, 6 ਲਾਈਨਾਂ ਨੇ, ਦੋਜ਼ ਪੀਪਲ। ਲਾਸਟ ਲਾਈਨ ਆ, ਗੁਰੂ ਅਮਰਦਾਸ ਸੁਪ੍ਰਸੰਨ। ਗੁਰੂ ਅਮਰਦਾਸ ਪਾਤਸ਼ਾਹ ਕਿਹਦੇ ਤੇ ਖੁਸ਼ ਨੇ? ਉਹ ਥਰਡ ਲਾਈਨ 'ਚ ਲਿਖਿਆ, ਤੇ ਨਰ ਉਥੱਪ ਬਿਥੱਪੈ। ਜਿਹੜੇ ਰਾਜ ਲੈਣਾ ਵੀ ਜਾਣਦੇ ਨੇ ਅਤੇ ਰਾਜ ਖੋਣਾ ਵੀ ਜਾਣਦੇ ਨੇ, ਉਹਨਾਂ 'ਤੇ ਗੁਰੂ ਅਮਰਦਾਸ ਪਾਤਸ਼ਾਹ ਖੁਸ਼ ਨੇ। ਬੜੇ ਮੇਰੇ ਤੇ ਤੁਹਾਡੇ ਵਰਗਿਆਂ ਨੂੰ ਨਹੀਂ ਆਊਗਾ। ਆਮ ਸ਼ੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਜ਼ਨਟ ਸੇਇੰਗ ਟੂ ਪੀਪਲ ਲਾਈਕ ਮੀ ਕਿ ਇਨਹੀ ਕੀ ਕਿਰਪਾ ਕੇ ਸਜਿਆ ਮੈਂ। ਉਹ ਬੰਦਿਆਂ ਦਾ ਕੈਰੈਕਟਰ ਡਿਵੈਲਪਮੈਂਟ ਸੀਗਾ, ਕੋਈ ਬਿਹੇਵੀਅਰ ਸੀਗਾ, ਉਹਨਾਂ ਦੇ ਪ੍ਰਥਾਏ ਕਿਹਾ ਗਿਆ ਸੀ। ਨਹੀਂ ਤਾਂ ਅੰਮ੍ਰਿਤ ਤਾਂ ਮੇਰੇ ਵਰਗੇ ਵੀ ਵਕਤੀ ਤੌਰ 'ਤੇ ਰਿਸ਼ਤੇ ਬਣਾਉਣ ਲਈ ਬੜੇ ਛਕ ਲੈਂਦੇ ਨੇ। ਅੰਮ੍ਰਿਤ ਛਕਣ ਦੀ ਗੱਲ ਇਹ ਹੁੰਦੀ ਸੀਗੀ, ਅੰਮ੍ਰਿਤ ਇਜ਼ ਮੋਰ ਦੈਨ ਅ ਸਪਿਰਿਚੁਅਲ ਸੈਰੇਮਨੀ। ਅਸੀਂ ਇਹਨੂੰ ਇਕੱਲੀ ਸਪਿਰਿਚੁਅਲ ਸੈਰੇਮਨੀ ਬਣਾ ਲਿਆ ਅੱਜ ਕੱਲ੍ਹ। ਅਸੀਂ ਜੇ ਆਪਣੇ ਆਪ ਨੂੰ ਰਿਵਾਈਵ ਕਰਨਾ, ਗੁਰੂ ਵਾਲੇ ਜਿਹਨੂੰ ਅਸੀਂ ਕਹਿਣਾ, ਗੁਰੂ ਨਾਲ ਰਿਸ਼ਤਾ ਜੋੜਨਾ, ਵਾਟ ਵਾਜ਼ ਅੰਮ੍ਰਿਤ ਸੈਰੇਮਨੀ? ਇਟਸ ਮੋਰ ਆਫ ਅ ਪੋਲੀਟੀਕਲ ਸੈਰੇਮਨੀ। ਸੈਰੇਮਨੀ ਵਿੱਚ ਇੱਕ ਅਲੀਜੈਂਸ ਡਿਕਲੇਅਰ ਕੀਤੀ ਜਾਂਦੀ ਆ। ਉਸ ਦਿਨ ਅਲੀਜੈਂਸ ਡਿਕਲੇਅਰ ਕੀਤੀ ਜਾਂਦੀ ਸੀ, ਅੱਜ ਤੋਂ ਬਾਅਦ ਮੇਰਾ ਪਿਓ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਅਤੇ ਪਿੰਡ ਅਨੰਦਪੁਰ ਸਾਹਿਬ। ਜਿਹੜਾ ਕੋਈ ਅੰਮ੍ਰਿਤ ਛਕ ਕੇ ਸੋਚ ਰਿਹਾ ਕਿ ਮੈਂ ਸੁਪੀਰੀਅਰ ਬਣ ਗਿਆ, ਉਹ ਤਾਂ ਪਹਿਲਾਂ ਹੀ ਗੜਬੜ ਹੋ ਗਈ। ਉਹਦਾ ਮਤਲਬ ਇਹ ਹੁੰਦਾ ਸੀ ਕਿ ਅੱਜ ਤੋਂ ਬਾਅਦ ਜਿਹਨੇ ਅੰਮ੍ਰਿਤ ਛਕਿਆ, ਉਹ ਨਿਰਭਉ ਨਿਰਵੈਰ ਵਾਂਗੂ ਬਣ ਗਿਆ ਕਿ ਜਦ ਪੁਸ਼ ਕਮਸ ਟੂ ਸ਼ਵ, ਦਿਸ ਪਰਸਨ ਵਿਲ ਫਾਈਟ ਔਨ ਬਿਹਾਫ ਆਫ ਦ ਗੁਰੂ। ਅੱਜ ਜਿੰਨੇ ਅੰਮ੍ਰਿਤ ਛਕ ਰਹੇ ਨੇ, ਗੁਸਤਾਖੀ ਮਾਫ ਕਰਿਓ, ਬਹੁਤ ਡਰਪੋਕ ਬਣ ਰਹੇ ਨੇ, ਕਿਉਂਕਿ ਅਸੀਂ ਅੰਮ੍ਰਿਤ ਨੂੰ ਇੱਕ ਸੈਰੇਮਨੀ ਦੇ ਉੱਤੇ ਲਾ ਕੇ ਖੜਾ ਕਰਤਾ। ਪਹਿਲਾਂ ਜਿਹੜਾ ਅੰਮ੍ਰਿਤ ਛਕਦਾ ਸੀ, ਉਹਦਾ ਤਾਂ ਇਹ ਨਹੀਂ ਹੁੰਦਾ ਸੀ ਉਹਨੂੰ ਗੁਰਬਾਣੀ ਸਾਰੀ ਯਾਦ ਹੋ ਗਈ ਜਾਂ ਸਾਰਾ ਕੁਛ ਉਹ ਗੁਰੂ ਵਰਗਾ ਬਣ ਗਿਆ। ਉਹ ਕਹਿੰਦਾ ਸੀ ਮੈਂ ਗੁਰੂ ਦੇ ਨਾਲ ਖੜਾ। ਅਤੇ ਹੁਣੇ ਅਰਦਾਸ ਹੋਊਗੀ ਘੰਟੇ ਕੁ ਬਾਅਦ, ਧਿਆਨ ਨਾਲ ਸੁਣਿਓ ਉਸ ਅਰਦਾਸ ਨੂੰ। ਪਹਿਲੇ 4 ਪੈਰਾਗ੍ਰਾਫ ਵਿੱਚ ਉਹਨਾਂ ਸਿੱਖਾਂ ਦੀ ਗੱਲ ਆਊ
ਜਿਨ੍ਹਾਂ ਨੇ ਸਿਰਫ ਕੋਸ਼ਿਸ਼ ਨਹੀਂ ਕੀਤੀ, ਜਿਨ੍ਹਾਂ ਨੇ ਸਿਰਫ ਫੰਡਿੰਗ ਨਹੀਂ ਦਿੱਤੀ, ਜਿਨ੍ਹਾਂ ਨੇ ਸਿਰਫ ਖੜ ਕੇ ਦੇਖਿਆ ਨਹੀਂ ਸਿੱਖੀ ਕਿੱਧਰ ਨੂੰ ਜਾ ਰਹੀ ਆ, ਜਿਨ੍ਹਾਂ ਨੇ ਆਪਣਾ ਰਿਸ਼ਤਾ ਗੁਰੂ ਨਾਲ ਜੋੜਿਆ, ਉਹਨਾਂ ਨੂੰ ਅਸੀਂ ਸਿਰਫ ਸਲੂਟ ਕਰਦੇ ਹਾਂ। ਸਾਰਿਆਂ ਦੀ ਗੱਲ ਨਹੀਂ ਆਉਂਦੀ ਉਹਦੇ 'ਚ। ਆਪਾਂ ਅੱਜ ਕੱਲ੍ਹ ਵੇਟ ਕਰ ਰਹੇ ਹਾਂ ਕਿ ਸਾਰੇ ਇਕੱਠੇ ਹੋਣਗੇ ਤਾਂ ਕੁਝ ਕਰਾਂਗੇ। ਸਾਰੇ ਤਾਂ ਕਦੇ ਇਕੱਠੇ ਨਹੀਂ ਹੋਏ ਹਿਸਟਰੀ 'ਚ। ਉਹਨਾਂ ਨੂੰ ਅਸੀਂ ਯਾਦ ਕਰਾਂਗੇ, those who did it, those who did it. And I'm going to end with another ਸਲੋਕ of ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਸਾਰੇ ਝਮੇਲਿਆਂ ਨੂੰ ਜੇ ਸੋਲਵ ਕਰਨਾ, ਲੁੱਕ ਐਟ ਦਿਸ, ਕਹਿੰਦੇ ਨੇ I invite you to come play the game। ਲਾਈਨ ਬੜੀ ਪੋਪੂਲਰ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਬਟ ਉਹਦੀ ਇੰਟਰਪ੍ਰੀਟੇਸ਼ਨ ਕਰੀਏ ਆਪਾਂ ਥੋੜ੍ਹੀ ਜਿਹੀ। ਉਹ ਕਹਿੰਦੇ ਨੇ ਆ ਕਮ ਲੈਟਸ ਪਲੇ ਵਿਦ ਮੀ। ਉਹ ਕਿਤੇ ਨਹੀਂ ਕਹਿ ਰਹੇ ਨੇ ਕਮ ਵਾਚ ਦਾ ਗੇਮ। ਆਪਾਂ ਇਹੀ ਕਰ ਰਹੇ ਨੇ, ਮੋਸਟਲੀ ਸਪੈਕਟੇਟਰਸ ਹੈਗੇ ਨੇ। ਹੀ ਸੇਜ਼ ਨੋ, ਆਈ ਇਨਵਾਈਟ ਯੂ ਟੂ ਕਮ ਪਲੇ ਦਾ ਗੇਮ। ਦਿਸ ਇਜ਼ ਵਾਟ ਵੀ ਆਰ ਨਾਟ ਡੂਇੰਗ। ਵੀ ਆਰ ਨਾਟ ਪਲੇਇੰਗ ਦਾ ਗੇਮ, ਵੀ ਆਰ ਵਾਚਿੰਗ ਦਾ ਗੇਮ। ਖੇਡਣ ਦਾ ਮੰਡੇ ਨਾਈਟ ਕੁਆਟਰਬੈਕਿੰਗ ਬਹੁਤ ਸੌਖੀ ਹੈ। ਸੰਡੇ ਗੇਮ ਦੇਖਿਆ ਹੋਵੇ ਨਾ, ਜਿਵੇਂ ਅਮਰੀਕਨ ਫੁੱਟਬਾਲ ਦਾ, ਮੰਡੇ ਨੂੰ ਸਾਰੇ ਸ਼ੁਰੂ ਹੋ ਜਾਂਦੇ ਨੇ ਜੀ, ਉਹਨੇ ਇੱਦਾਂ ਪੈਸ ਸਿੱਟੀ ਹੁੰਦੀ, ਇਹ ਹੋ ਜਾਂਦਾ। ਅਸੀਂ ਆਪਣੇ ਸ਼ਹੀਦਾਂ ਨਾਲ ਵੀ ਐਂ ਕਰ ਦਿੰਦੇ ਹਾਂ। ਉਹ ਜਿਨ੍ਹਾਂ ਨੇ ਆਪਣਾ ਮਾਰਟੀਰਡਮ ਪੂਰਾ ਦੇਤਾ, ਅਸੈਸੀਨੇਸ਼ਨ ਸਰਕਾਰ ਨੇ ਕਰਦੀ, ਉਹਨਾਂ ਦੀ ਫਿਰ ਕੈਰੈਕਟਰ ਅਸੈਸੀਨੇਸ਼ਨ ਅਸੀਂ ਕਰੀ ਜਾਂਦੇ ਹਾਂ। ਸਰਕਾਰ ਨੇ ਤਾਂ ਕਰਨੀ ਸੀ। ਦੈਟਸ ਕਾਲਡ ਮੰਡੇ ਨਾਈਟ ਕੁਆਟਰਬੈਕਿੰਗ। ਉਹ ਗੁਰੂ ਨਾਨਕ ਸਾਹਿਬ ਇਜ਼ ਇਨਵਾਈਟਿੰਗ ਅਸ ਟੂ ਪਲੇ ਦ ਗੇਮ। ਲੈਟਸ ਪਲੇ ਦ ਗੇਮ ਐਂਡ ਦੇਰ ਆਰ ਪੀਪਲ ਸਟਿਲ ਪਲੇਇੰਗ ਇਟ, ਬਟ ਇਫ ਯੂ ਵਾਂਟ ਟੂ ਪਲੇ, ਦਿਸ ਇਜ਼ ਵਾਟ ਗੁਰੂ ਨਾਨਕ ਸਾਹਿਬ ਇਜ਼ ਇਨਵਾਈਟਿੰਗ ਅਸ ਫॉर। ਸਮੱਸਿਆ ਹੈਗੀ ਕਿ ਮੈਂ ਕੀ ਕਰਾਂ, ਉਹਦਾ ਜਵਾਬ ਹੈਗਾ ਗੁਰੂ ਨਾਲ ਰਿਸ਼ਤਾ ਜੋੜੋ। ਕਿਵੇਂ ਜੋੜਾਂ? ਜੋ ਵੀ ਤੁਹਾਨੂੰ ਪਤਾ ਰੱਬੀ ਗੁਣ ਨੇ, ਉਹ ਆਪਣੇ ਆਪ ਵਿੱਚ ਲੈ ਕੇ ਜਦ ਆਓਗੇ, ਤੁਹਾਨੂੰ ਆਪਣੇ ਆਪ ਨਾਲ ਕਿਵੇਂ ਡੀਲ ਕਰਨਾ, ਆਪਣੇ ਵਾਤਾਵਰਣ ਨਾਲ ਕਿਵੇਂ ਡੀਲ ਕਰਨਾ, ਇਹ ਸਬੱਬ ਬਣ ਜੂ। ਫਿਰ ਇਹ ਸਹਿਜੇ ਹੀ ਆ ਜੂ। ਇਹ ਸਿੱਖਾਂ ਦੀ ਵੋਕੈਬਲਰੀ ਆ। ਜੇ ਅਸੀਂ ਨਹੀਂ ਪਿਆਰ ਕਰਾਂਗੇ ਗੁਰੂ ਨਾਲ, ਤੇ ਗੁਰੂ ਦੇ ਇਕੱਲੇ ਬੁੱਤ ਬਣ ਕੇ ਰਹਿ ਜਾਣਗੇ। ਗੁਰੂ ਨਾਲ ਪਿਆਰ ਕਰਨਾ ਸਾਨੂੰ ਸਿਖਾਇਆ ਸੀ। ਉਸ ਪਿਆਰ ਵਿੱਚੋਂ ਸਾਡੀ ਜਿਹੜਾ ਪੌਦਾ ਸੀਗਾ ਨਾ, ਸਾਡੀ ਜਿਹੜੀ ਪਨੀਰੀ ਸੀ, ਬੂਟਾ ਸੀ, ਉਹ ਐਂ ਪੈਦਾ ਹੋਇਆ ਸੀ। ਇਫ ਯੂ ਡੂ ਨਥਿੰਗ, ਓਨਲੀ ਦ ਵੀਡਸ ਗਰੋ। There are too many weeds right now. That's the problem. To grow a plant, you have to do lot of work. Lot of work. ਕਿੰਨਾ ਪਾਣੀ ਦੇਣਾ, ਜ਼ਿਆਦਾ ਦੋਗੇ ਉਹ ਵੀ ਜਾਓ, ਕਿਸ ਵੇਲੇ ਖਾਦ ਦੇਣੀ, ਉਹਦੇ ਵਿੱਚੋਂ ਵੀਡ ਕੱਢਣਾ ਸਿਰਫ ਇੱਕ ਕੰਮ ਆ, ਬਾਕੀ ਸਾਰਾ ਪੋਜ਼ਿਟਿਵ ਕੰਸਟਰਕਸ਼ਨ ਦਾ ਕੰਮ ਆ। ਉਹ ਕੰਸਟਰਕਸ਼ਨ ਵੱਲ ਸਾਨੂੰ ਜਾਣਾ ਪਊ, ਤਾਂ ਸਾਡੀ ਉਸਾਰੀ ਹੋਊ। ਤੇ ਅਸੀਂ ਫਿਰ ਕੀ ਕਰੀਏ? ਸ਼ਖਸੀ ਰੂਪ ਵਿੱਚ ਤਾਂ ਅਸੀਂ ਇਹ ਕਰਨਾ, ਤੇ ਪੰਥਕ ਰੂਪ ਵਿੱਚ ਕੀ ਕਰੀਏ? ਉਹਦੇ ਬਾਰੇ ਵੀ ਮਾਝ ਕੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਇੱਕ ਸਲੋਕ ਹੈਗਾ, ਉੱਥੇ ਮੈਂ ਗੱਲ ਕਰਕੇ ਗੱਲ ਖਤਮ ਕਰਾਂਗਾ। ਉੱਥੇ ਸਾਨੂੰ ਦੱਸਿਆ ਗਿਆ ਕਿ ਗੁਰੂ ਦਾ ਅਤੇ ਸਿੱਖਾਂ ਦਾ ਕੀ ਰਿਸ਼ਤਾ, ਅਸੀਂ ਕੀ ਬਣੀਏ। ਉੱਥੇ ਲਿਖਿਆ, ਗੁਰੂ ਸਮੁੰਦ ਨਦੀ ਸਭ ਸਿੱਖੀ। ਗੁਰੂ ਇਜ਼ ਟੈਲਿੰਗ ਅਸ ਟੂ ਬਿਕਮ ਲਾਈਕ ਦ ਰਿਵਰਸ। ਰਿਵਰ ਬਣ ਜਾਓ। ਹੁਣ ਰਿਵਰ ਕੀ ਆ? ਰਿਵਰ ਦੀ ਬੜੀ ਜ਼ਬਰਦਸਤ ਐਨਾਲੋਜੀ ਆ। ਰਿਵਰ ਜਿੱਥੋਂ ਸ਼ੁਰੂ ਹੁੰਦੀ ਆ ਨਾ, ਉੱਥੇ ਬਹੁਤ ਰੌਲਾ ਹੁੰਦਾ, ਕਿਉਂਕਿ ਸ਼ੈਲੋ ਹੁੰਦੀ ਆ, ਪੱਥਰ ਹੁੰਦੇ ਨੇ, ਉੱਥੇ ਵੱਜਦਾ ਤਾਂ ਰੌਲਾ ਤਾਂ ਪੈਣਾ ਹੀ ਆ। ਜਿਹੜਾ ਨਵਾਂ ਸਿੱਖ ਬਣਦਾ ਉਹ ਵੀ ਇੱਦਾਂ ਦਾ ਹੁੰਦਾ, ਬਹੁਤ ਰੌਲਾ ਹੁੰਦਾ ਉਹਦੇ 'ਚ। ਬਟ ਇਹ ਨੈਚੁਰਲ ਪ੍ਰੋਸੈਸ ਹੈ, ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਰਿਵਰ ਜਿੱਥੋਂ ਸ਼ੁਰੂ ਹੁੰਦੀ ਹੈ, ਉਹ ਸ਼ੈਲੋ ਹੁੰਦੀ ਹੈ, ਪੱਥਰ 'ਤੇ ਵੱਜੂਗੀ, ਆਵਾਜ਼ ਹੋਊਗੀ ਪੈਦਾ। ਬਟ ਰਿਵਰ ਦੀ ਕੁਆਲੀਫਿਕੇਸ਼ਨ ਆ, ਇਟ ਮਸਟ ਕੀਪ ਫਲੋਇੰਗ। ਉਹਨੂੰ ਵਹਿੰਦਾ ਰਹਿਣਾ ਪੈਣਾ। ਜੇ ਤਾਂ ਉਹ ਵਹਿੰਦੀ ਆ, ਜਿੰਨਾ ਉਹ ਜ਼ਿਆਦਾ ਵਹਿੰਦੀ ਆ, ਜਿਹੜੇ ਰੁਕ ਜੂਗੀ ਤਾਂ ਪਾਣੀ ਵਿੱਚ ਤੁਹਾਨੂੰ ਪਤਾ ਕੀ ਪੈਦਾ ਹੋ ਜਾਂਦਾ। ਸਾਡੀ ਡਿਵੈਲਪਮੈਂਟ ਰੁਕੀ ਹੋਈ ਹੈ ਐਜ਼ ਅ ਸਿੱਖਸ, ਐਜ਼ ਏ ਕਮਿਊਨਿਟੀ। ਫਿਰ ਸਾਡੇ ਵਿੱਚ ਵੀ ਪਾਣੀ ਜਦ ਰੁਕ ਗਿਆ, ਫਿਰ ਤੁਹਾਨੂੰ ਪਤਾ ਕੀ ਹੋ ਰਿਹਾ ਉਹਦੇ 'ਚ। ਰਿਵਰ ਦੀ ਕੁਆਲੀਫਿਕੇਸ਼ਨ ਹੈ, ਇਟ ਮਸਟ ਫਲੋ। ਜਿੰਨੀ ਉਹ ਫਲੋ ਹੁੰਦੀ ਆ, ਉਨੀ ਉਹ ਚੌੜੀ ਹੋ ਜਾਂਦੀ ਆ। ਜਿੰਨੀ ਉਹ ਚੌੜੀ ਹੋ ਜਾਂਦੀ ਆ, ਉਨੀ ਉਹ ਡੀਪ ਹੁੰਦੀ ਆ। ਅਤੇ ਜਿੰਨੀ ਉਹ ਚੌੜੀ ਅਤੇ ਡੀਪ ਹੁੰਦੀ ਆ, ਉਨੀ ਉਹ ਖਤਰਨਾਕ ਹੁੰਦੀ ਆ ਅਤੇ ਸ਼ਾਂਤ ਹੁੰਦੀ ਆ। ਵੀ ਮਸਟ ਲਰਨ ਟੂ ਕੈਰੀ ਅ ਬਿਗ ਸਟਿਕ, ਬਟ ਯੂਜ਼ ਇਟ ਵਾਈਜ਼ਲੀ। ਰਿਵਰ ਸਾਨੂੰ ਬਣਨਾ ਸੀ ਵਿਸ਼ਾਲ। ਚੌੜੇ ਹੋ ਜਾਓ, ਕੌਂਟਰਡਿਕਸ਼ਨ ਨੂੰ ਐਕਸੈਪਟ ਕਰਨ ਦੀ ਸਮਰੱਥਾ ਤਾਂ ਰੱਖੋ। ਇੰਨੀ ਛੇਤੀ ਰਿਐਕਟ ਨਾ ਕਰੋ ਹਰ ਚੀਜ਼ ਲਈ। ਗੁਰੂ ਦਾ ਗੋਬਿੰਦ ਸਿੰਘ ਮਹਾਰਾਜ ਨੇ 33 ਸਵਈਏ ਨੂੰ ਪੜ੍ਹੀਏ ਧਿਆਨ ਨਾਲ। ਕੀ ਕੁਛ ਦੇਖ ਰਹੇ ਨੇ? ਇਜ਼ ਹੀ ਰਿਐਕਟਿੰਗ ਟੂ ਐਵਰੀਥਿੰਗ? ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ, ਕੋਈ ਪੁੱਠਾ ਲਮਕਿਆ, ਕੋਈ ਕੁਛ ਕਰ ਰਿਹਾ। ਦੈਟਸ ਵਾਟ ਹੀ ਇਜ਼ ਡਿਸਕ੍ਰਾਈਬਿੰਗ। ਕਹਿੰਦੇ ਇਹਨਾਂ ਵਿੱਚ ਤਾਂ ਪ੍ਰੇਮ ਦਿਖੀ ਨਹੀਂ ਰਿਹਾ, ਕੂਰ ਕਿਰਿਆ ਔਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਡਾ ਵੀ ਇਹੀ ਹਾਲ ਆ। ਵੀ ਆਰ ਕਾਲਡ ਅਪ ਇਨ ਟਰੈਸ਼ੀ ਬਿਹੇਵੀਅਰ, ਤਾਂ ਹੀ ਸ਼ਾਇਦ ਇੰਨੀ ਬਦਬੂ ਆ ਰਹੀ ਆ। ਟੂ ਗੈਟ ਆਊਟ ਆਫ ਦ ਟਰੈਸ਼ੀ ਬਿਹੇਵੀਅਰ, ਹੀ ਇਜ਼ ਸੇਇੰਗ ਰਿਵਰ ਬਣ ਜਾਓ। ਜਿੰਨੇ ਚੌੜੇ ਬਣ ਸਕਦੇ ਹੋ। ਵਾਲਟ ਵਿਟਮਨ ਕਹਿੰਦਾ ਸੀ, ਡੂ ਆਈ ਕੌਂਟਰਡਿਕਟ ਮਾਈ ਸੈਲਫ? ਵੈਲ ਦੈਨ ਆਈ ਕੌਂਟਰਡਿਕਟ ਮਾਈ ਸੈਲਫ ਬਿਕੋਜ਼ ਆਈ ਐਮ ਵੈਸਟ। ਬੰਦਾ ਵੱਡਾ ਤਾਂ ਹੋਵੇ, ਲੋਕੀ ਕਹਿਣਗੇ ਕਿ ਇਹਦੇ 'ਚ ਕੌਂਟਰਡਿਕਸ਼ਨ ਹੈ। ਗੁਰਬਾਣੀ ਕਹਿੰਦੀ ਹੈ, ਬਟ ਉਹ ਕੌਂਟਰਡਿਕਸ਼ਨ ਨਹੀਂ ਹੁੰਦੀ, ਉਹ ਚੌੜਾ ਹੋ ਜਾਂਦਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਪਾਣੇ। ਇਹ ਆਪਣੇ ਆਪ ਨੂੰ ਵਿਸ਼ਾਲ ਬਣਾਉਣਾ ਸਾਨੂੰ ਸਿਖਾਇਆ ਸੀ। ਇਸ ਤਰ੍ਹਾਂ ਦੀ ਜਦ ਵਿਸ਼ਾਲਤਾ ਸਾਡੇ 'ਚ ਆਊਗੀ, ਤਾਂ ਫਿਰ ਅਸੀਂ ਉਹ ਰਿਵਰ ਵਿੱਚ ਜੇ ਗੰਦਗੀ ਵੀ ਹੁੰਦੀ ਹੈ, ਕੋਈ ਨਹੀਂ ਕਹਿੰਦਾ ਗੰਦੀ ਆ, ਉਹ ਕਹਿੰਦਾ ਬੜੀ ਜ਼ਬਰਦਸਤ ਹੈਗੀ।
ਉਹ ਤਾਂ ਇੱਕ ਨੈਚੁਰਲ ਚੀਜ਼ ਹੈ, ਸਾਡੇ 'ਚ ਰਹਿਣੀ ਹੈ ਕਈ ਚੀਜ਼ਾਂ ਹੁਣ ਤਾਈਆਂ, ਬਟ ਆਪਣੇ ਆਪ ਨੂੰ ਅਸੀਂ ਵਿਸ਼ਾਲ ਰਿਵਰ ਬਣਾਈਏ। ਉਸ ਵਿਸ਼ਾਲ ਰਿਵਰ ਦਾ ਜਦ ਸਮੁੰਦਰ ਦੇ ਨਾਲ ਇੱਕ ਰਿਸ਼ਤਾ ਜੁੜਦਾ, ਉਹ ਇੱਕ ਬੜੀ ਪੋਟੈਂਸ਼ੀਅਲ ਹੁੰਦੀ ਹੈ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਇੱਕ ਐਕਸਪਲੋਸਿਵ ਪੋਟੈਂਸ਼ੀਅਲ, ਐਕਸਪਲੋਸਿਵ ਪਰਸਨੈਲਿਟੀ ਉਹਦੇ 'ਚੋਂ ਡਿਵੈਲਪ ਹੁੰਦੀ ਆ। ਉਹ ਪਰਸਨੈਲਿਟੀ ਫਿਰ ਰਿਸਪੌਂਸਿਸ ਦਿੰਦੀ ਆ। ਇਹ ਕੰਮ ਆ ਸਾਡਾ ਕਰਨ ਵਾਲਾ। ਇਹ ਤੋਂ ਸਾਨੂੰ ਕੋਈ ਨਹੀਂ ਰੋਕ ਰਿਹਾ, ਕਿਸੇ ਨੇ ਸਾਡੇ ਸਿਰ 'ਤੇ ਬੰਦੂਕ ਨਹੀਂ ਰੱਖੀ ਅਤੇ ਕੋਈ ਨਹੀਂ ਕਹਿ ਰਿਹਾ ਕਿ ਗੁਰੂ ਨਾਨਕ ਨਾਲ ਰਿਸ਼ਤਾ ਡਿਵੈਲਪ ਨਾ ਕਰੋ। ਇਹ ਜ਼ਰੂਰ ਕਰ ਲਓ, ਕਿਉਂਕਿ ਜਿਹਨੇ ਰਿਸ਼ਤਾ ਡਿਵੈਲਪ ਕੀਤਾ ਉਹਨੇ ਫਿਰ ਲੋਕਾਂ ਦੀ ਪਰਵਾਹ ਨਹੀਂ ਕੀਤੀ। ਉਹ ਤਾਂ ਸਾਹਿਬ ਮੇਰਾ ਬੇਪਰਵਾਹ ਵਾਂਗੂ ਬੇਪਰਵਾਹ ਹੋ ਗਿਆ, ਉਹਨੂੰ ਫਿਰ ਸਭ ਕੁਝ ਕਰਨਾ ਆ ਗਿਆ। ਤੁਹਾਨੂੰ ਪਿਛਲੇ 25 ਸਾਲਾਂ ਵਿੱਚ ਵੀ ਉਹ ਦਿਖਦਾ ਅਤੇ ਸਾਨੂੰ ਪਿਛਲੇ 500 ਸਾਲਾਂ ਵਿੱਚ ਵੀ ਦਿਖ ਰਿਹਾ ਕਿ ਜਿਨ੍ਹਾਂ ਨੇ ਰਿਸ਼ਤਾ ਕਾਇਮ ਕੀਤਾ ਉਹਨਾਂ ਨੂੰ ਡੀਲ ਕਰਨਾ ਆ ਗਿਆ ਚੀਜ਼ਾਂ ਦੇ ਨਾਲ। ਦਿਸ ਇਜ਼ ਦਾ ਨੰਬਰ 1 ਇਸ਼ੂ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਦਾ ਬਣਾਈਏ, ਅਤੇ ਜਦ ਬਣਾਵਾਂਗੇ ਤਾਂ ਸਾਨੂੰ ਰਿਸਪੌਂਸ ਦੇਣੇ ਆ ਜਾਣਗੇ। ਇਹ ਗੱਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈਆਂ। ਤੁਹਾਡੇ ਵਿੱਚੋਂ ਜਿਹੜਾ ਆਲਰੇਡੀ ਗੁਰੂ ਨਾਨਕ ਸਾਹਿਬ ਨਾਲ ਰਿਸ਼ਤਾ ਜੋੜਿਆ ਹੋਇਆ, ਮੈਂ ਉਹਨਾਂ ਦੇ ਬਾਰੇ ਗੱਲ ਨਹੀਂ ਕਰ ਰਿਹਾ, ਕਿ ਗੁਰਬਾਣੀ ਦਾ ਆਪਣਾ ਹੀ ਕਥਨ ਹੈ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ। ਇਹ ਤਾਂ ਮੈਂ ਐਜ਼ ਏ ਮੋਟੀਵੇਸ਼ਨ ਅਤੇ ਇੰਸਪੀਰੇਸ਼ਨ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਅਜੇ ਨਹੀਂ ਪਿਆਰ ਕੀਤਾ ਉਹਨਾਂ ਲਈ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ। ਇਹੋ ਜਿਹਾ ਰਿਸ਼ਤਾ ਅਸੀਂ ਡਿਵੈਲਪ ਕਰ ਲਾਂਗੇ ਤਾਂ ਸਾਡੀਆਂ ਬੜੀਆਂ ਹੀ ਚੀਜ਼ਾਂ ਜਿਹੜੀਆਂ ਅਰਦਾਸ ਵਿੱਚ ਅਸੀਂ ਕਹਿ ਰਹੇ ਹਾਂ ਅਤੇ ਮੰਗ ਰਹੇ ਹਾਂ ਦੋਹਰਿਆਂ ਦੇ ਰੂਪ ਵਿੱਚ, ਉਹ ਪਹਿਲਾਂ ਸਾਕਾਰ ਰੂਪ ਵਿੱਚ ਹੋਈਆਂ ਵੀ ਨੇ ਅਤੇ ਦੁਬਾਰਾ ਵੀ ਹੋ ਸਕਣਗੀਆਂ। ਦਿਸ ਇਜ਼ ਦਾ ਪ੍ਰੋਮਿਸ ਆਫ ਦਾ ਗੁਰੂ। ਪ੍ਰੋਮਿਸ ਆਫ ਦਾ ਗੁਰੂ ਇਜ਼ ਨਾਟ ਅ ਗੈਰੰਟੀਡ ਸਪॉट इन ਹੈਵਨ, ਜਿਵੇਂ ਅਸੀਂ ਕਈ ਵਾਰ ਬਣਾ ਲਿਆ। ਪ੍ਰੋਮਿਸ ਇਜ਼ ਕਿ ਜਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ, ਕਿ when you are following the other way, how can I be with you? If you want to follow my way, which is to come play the game, ਆਓ ਆਪਾਂ ਇਹ ਜਾਣ ਤੋਂ ਪਹਿਲਾਂ ਇਹ ਜ਼ਰੂਰ ਅਰਦਾਸ ਕਰ ਲਈਏ ਕਿ ਮੈਂ ਗੇਮ ਵਾਚ ਨਹੀਂ ਕਰਨਾ, ਮੈਂ ਇਹ ਸਿੱਖਾਂ ਕਿ ਇਹ ਗੇਮ ਖੇਡਣਾ ਕਿਵੇਂ ਆ। ਇਹ ਗੁਰੂ ਨਾਨਕ ਦੇ ਘਰ ਦਾ ਅਸੂਲ ਆ, ਅਤੇ ਜਿਨ੍ਹਾਂ ਨੇ ਗੇਮ ਖੇਡੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ। ਅਸੀਂ ਉਹਨੇ ਦਿਨ ਹੀ ਮੰਡੇ ਨਾਈਟ ਕੁਆਟਰ ਬੈਕਿੰਗ ਨਹੀਂ ਕਰਨੀ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਸਨ ਹਰਿੰਦਰ ਸਿੰਘ ਜੀ ਟਕਸਾਸ, ਫਾਊਂਡਰ ਸਿੱਖ ਰਿਸਰਚ ਇੰਸਟੀਚਿਊਟ, ਜੋ ਆਪ ਜੀ ਨੂੰ ਅੱਜ ਦੇ ਹਾਲਾਤਾਂ ਬਾਰੇ ਦੱਸ ਰਹੇ ਸਨ ਜੀ। ਗੁਰੂ ਮਹਾਰਾਜ ਦੀ ਇਹਨਾਂ ਦੇ ਬਹੁਤ ਹੀ ਮਿਹਰ ਹੈ। ਆਪ ਜੀ ਨੂੰ ਬਹੁਤ ਹੀ ਸਿੱਖ ਧਰਮ ਬਾਰੇ ਬਹੁਤ ਹੀ ਗਿਆਨ ਹੈ। ਅਸੀਂ ਇਹਨਾਂ ਦੇ ਇੱਥੇ ਪਹੁੰਚਣ 'ਤੇ ਬਹੁਤ ਹੀ ਧੰਨਵਾਦੀ ਹਾਂ। ਹੁਣ ਇਹਨਾਂ ਦਾ ਸਨਮਾਨ ਕਰਨਗੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਜੀ, ਭਾਈ ਦਿਦਾਰ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੌਲ ਕੈਲੀਫੋਰਨੀਆ, ਭਾਈ ਗੁਰਦੇਵ ਸਿੰਘ ਸੋਲ, ਭਾਈ ਸੁਖਦੇਵ ਸਿੰਘ ਨਾਗਰਾ, ਸਰਦਾਰ ਗੁਰਚਰਨ ਸਿੰਘ ਸਿਆਟਲ। ਸਾਡੇ ਨੈਕਸਟ ਬੁਲਾਰੇ ਹਨ ਭੈਣ ਜੀ ਡਾਕਟਰ ਗੁਰਨਾਮ ਕੌਰ, ਕੈਨੇਡਾ, ਸਾਬਕਾ ਮੁਖੀ ਰਿਲੀਜੀਅਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਆਪ ਜੀ ਨੂੰ 20 ਮਿੰਟ ਵਾਸਤੇ ਆਪਣੇ ਵਿਚਾਰ ਦੱਸਣਗੇ। ਆਓ ਇਹਨਾਂ ਪਾਸੋਂ ਕੀਮਤੀ ਵਿਚਾਰ ਸੁਣੀਏ ਜੀ। ਇਸ ਤੋਂ ਪਹਿਲਾਂ ਸਿਰਫ 1 ਮਿੰਟ ਵਾਸਤੇ ਗੁਰੂ ਘਰ ਦੇ ਵਾਈਸ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ ਕੰਗ ਆਏ ਹੋਏ ਬੁਲਾਰਿਆਂ ਅਤੇ ਸਾਧ ਸੰਗਤ ਜੀ ਨੂੰ ਜੀ ਆਇਆਂ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਅਸੀਂ ਸਿੱਖ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਬਹੁਤ ਹੀ ਵਡਭਾਗੀ ਸਮਝਦੇ ਹਾਂ, ਕਿਉਂਕਿ ਸਿੱਖ ਅਮਰੀਕਨ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਹ ਜਿਹੜਾ ਉਪਰਾਲਾ ਅੱਜ ਉਲੀਕਿਆ ਗਿਆ ਵਾ, ਇਹ ਵਧਾਈ ਦੇ ਪਾਤਰ ਨੇ। ਇਹ ਮੇਰੇ ਵੀਰ ਸਰਦਾਰ ਕਰਨੈਲ ਸਿੰਘ, ਸਰਪੰਚ ਸਾਹਿਬ ਸੁਰਿੰਦਰ ਸਿੰਘ ਜੀ ਸਰਪੰਚ, ਮੇਰਾ ਵੀਰ ਦਿਦਾਰ ਸਿੰਘ ਜੀ ਜੋ ਕੈਲੀਫੋਰਨੀਆ ਤੋਂ, ਚਰਨਜੀਤ ਸਿੰਘ ਜੀ ਸਮਰਾ, ਜਿੰਨੇ ਵੀ ਇਹਨਾਂ ਦੇ ਮੈਂਬਰ ਨੇ, ਇਹਨਾਂ ਨੇ ਆਪਣੀ ਸੋਚ ਦੇ ਮੁਤਾਬਕ ਜੋ ਇਹ ਉਪਰਾਲਾ ਕੀਤਾ, ਅਸੀਂ ਸਿੱਖ ਸੁਸਾਇਟੀ ਵੱਲੋਂ ਇਹਨਾਂ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਜਿੰਨੇ ਵੀ ਮੇਰੇ ਵੀਰ
ਸਿੱਖ ਪੰਥ ਦੇ ਬੁਲਾਰੇ ਆਏ ਆ, ਇਹਨਾਂ ਨੇ ਆਪਣਾ ਟਾਈਮ ਕੱਢਿਆ ਤੇ ਜਿੰਨਾ ਵੀ ਇਕਨੋਮਿਕਲੀ ਖਰਚਾ ਹੋਇਆ ਉਹ ਇਸ ਐਸੋਸੀਏਸ਼ਨ ਨੇ ਬੇਅਰ ਕੀਤਾ। ਅਸੀਂ ਸਿੱਖ ਕਲਚਰ ਸੁਸਾਇਟੀ ਦੇ ਤੌਰ ਤੇ ਜਿੰਨੀਆਂ ਬਾਕੀ ਵੀ ਜਥੇਬੰਦੀਆਂ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ, ਕਿਉਂਕਿ ਜਿਹੜੀ ਸਾਡੀ ਸਿੱਖ ਕੌਮ ਆ ਉਹਦਾ ਮੋਸਟ ਕਾਜ਼ ਇਹ ਆ ਕਿ ਸਾਡੀ ਸਿੱਖ ਕੌਮ ਨਸ਼ਿਆਂ 'ਚ ਰੁੜਦੀ ਜਾ ਰਹੀ ਆ ਤੇ ਡੇਰਾਵਾਦਾਂ ਦੇ ਉੱਤੇ ਜਾ ਕੇ ਜਮ੍ਹਾਂ ਹੋਣ ਡਈ ਆ। ਤੇ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਇੱਕ ਐਜੂਕੇਸ਼ਨ ਦੀ ਜ਼ਰੂਰਤ ਆ, ਕਿਉਂਕਿ ਜਦੋਂ ਸਾਡੇ ਸਿੱਖ ਇਸ ਚੀਜ਼ ਨੂੰ ਐਜੂਕੇਟ ਕਰਨਗੇ, ਇੱਕ ਦੂਜੇ ਦੇ ਨਾਲ ਇਸ ਚੀਜ਼ ਦੇ ਨਾਲ ਸਮਰਥਨ ਦੇਣਗੇ। ਜਿੱਦਾਂ ਕਿ ਮੇਰੇ ਵੀਰ ਹੁਣੇ ਹੀ ਦੱਸਿਆ ਇਹਨਾਂ ਨੇ ਕਿ ਕਈ ਜਦੋਂ ਅਸੀਂ ਅੰਮ੍ਰਿਤਪਾਨ ਕਰ ਲੈਂਦੇ ਹਾਂ ਤੇ ਅਸੀਂ ਉਦੋਂ ਹਉਮੈ ਦੇ ਵਿੱਚ ਆ ਜਾਂਦੇ ਹਾਂ। ਸਾਨੂੰ ਉਸ ਚੀਜ਼ ਦੇ ਵਿੱਚ ਨਹੀਂ ਆਉਣਾ ਚਾਹੀਦਾ। ਸਾਨੂੰ ਇਹਨਾਂ ਚੀਜ਼ਾਂ ਨੂੰ ਦੂਜੇ ਵੀਰਾਂ ਨੂੰ ਵੀ ਜੇ ਡੇਰਾਵਾਦ ਅਸੀਂ ਉਹਨਾਂ ਕੋਲ ਛਡਾਈਏ ਡੇਰਾਵਾਦ ਜਾਣ ਤੋਂ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਹੋ ਜਾਂਦੀ ਵੀ ਅਸੀਂ ਉਸ ਡੇਰਾਵਾਦ 'ਤੇ ਗਏ ਸੀ, ਉਹ ਬਾਬਾ ਜੀ ਨੇ ਸਾਡੇ ਬੰਦੇ ਦੀ ਸ਼ਰਾਬ ਛਡਾਤੀ ਸੀ, ਪਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਉਹ ਜਿਹੜੇ ਬਾਬਾ ਜੀ ਡੇਰੇ ਵਾਲੇ ਨੇ ਉਹ ਜਿਹੜਾ ਬੈਂਕ ਵੋਟ ਆ ਜਿਹਦੇ ਪ੍ਰਤੀ ਜਿਹੜੀ ਸਾਡੀ ਜਿਹੜੀ ਐਸਪੀਜੀ ਜਿਹੜੀ ਆ ਅਕਾਲ ਤਖਤ ਦੇ ਜਥੇਦਾਰ ਨੂੰ ਉਹਨਾਂ ਨੇ ਪਕੜ ਕੇ ਰੱਖਿਆ, ਅਸੀਂ ਉਹਨੂੰ ਆਜ਼ਾਦ ਨਹੀਂ ਕਰਵਾ ਸਕਦੇ। ਉਹਨਾਂ ਨੂੰ ਇਸ ਚੀਜ਼ ਦਾ ਭੁੱਲ ਹੋ ਜਾਂਦਾ ਕਿ ਅਸੀਂ ਜਿਹੜਾ ਸਾਡਾ ਬੈਂਕ ਵੋਟ ਆ ਉਹ ਸਾਰਾ ਬਾਬਾ ਜੀ ਜਿਹੜੇ ਆ ਉਹ ਉੱਥੋਂ ਦੇ ਡੇਰਾਵਾਦ ਵਾਲੇ ਨੇ ਉਹ ਸਾਰਾ ਬੈਂਕ ਵੋਟ ਜਿਹੜਾ ਵਾ ਉਹਨੂੰ ਕੈਸ਼ ਕਰ ਲੈਂਦੇ ਨੇ ਤੇ ਅਸੀਂ ਉੱਥੇ ਦੇ ਉੱਥੇ ਹੀ ਫੇਰ ਆ ਜਾਂਦੇ ਹਾਂ। ਇਹਨਾਂ ਚੀਜ਼ਾਂ ਤੋਂ ਉੱਠਣ ਵਾਸਤੇ ਸਾਨੂੰ ਡੇਰਾਵਾਦ ਨੂੰ ਖਤਮ ਕਰਨਾ ਜ਼ਰੂਰੀ ਆ, ਸਾਨੂੰ ਨਸ਼ਿਆਂ ਨੂੰ ਖਤਮ ਕਰਨਾ ਜ਼ਰੂਰੀ ਆ। ਜਿੱਥੇ ਕਿ ਅੱਜ ਸਿੱਖ ਸੁਸਾਇਟੀ ਦੀ ਸਾਧ ਸੰਗਤ ਇਸ ਗੱਲੋਂ ਵੀ ਮੇਰਾ ਖਿਆਲ ਮੈਂ ਇਹਨਾਂ ਮੂਹਰੇ ਵੀ ਬੇਨਤੀ ਕਰਦਾ, ਕਿਉਂਕਿ ਅੱਜ ਸਾਰਾ ਪ੍ਰੋਗਰਾਮ ਜਿਹੜਾ ਵਾ ਉਹ ਇਸੇ ਕਨਵੈਨਸ਼ਨ ਦੇ ਉੱਪਰ ਆ। ਕਿਉਂਕਿ ਕਈ ਮੇਰੇ ਵੀਰ ਜਾਂ ਭੈਣਾਂ ਇਹ ਕਈ ਵਾਰੀ ਮਹਿਸੂਸ ਕਰਦੇ ਨੇ ਕਿ ਗੁਰਦੁਆਰਿਆਂ ਵਿੱਚ ਲੈਕਚਰ ਹੋਣ ਡਏ ਨੇ ਤੇ ਸਾਨੂੰ ਕੀਰਤਨ ਦੇ ਨਾਲ ਜਾਂ ਕਥਾ ਦੇ ਵਾਚਕਾਂ ਨਾਲ ਨਹੀਂ ਜੋੜਿਆ ਜਾਂਦਾ। ਅਸੀਂ ਉਹਨਾਂ ਕੋਲ ਵੀ ਅੱਜ ਇਹ ਖੇਮਾ ਦੇ ਜਾਚਕ ਹਾਂ, ਪਰ ਅਸੀਂ ਫਿਰ ਸਿੱਖ ਕਲਚਰ ਸੁਸਾਇਟੀ ਵੱਲੋਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਸਿੱਖ ਕਲਚਰ ਸੁਸਾਇਟੀ ਹਮੇਸ਼ਾ ਹੀ ਇਹ ਪ੍ਰੋਗਰਾਮ ਨੂੰ ਕੋਈ ਵੀ ਜਥੇਬੰਦੀ ਇਹੋ ਜਿਹਾ ਪ੍ਰੋਗਰਾਮ ਕਰਾਉਂਦੀ ਆ ਅਸੀਂ ਬਰਾਬਰ ਦਾ ਹਿੱਸਾ ਪਾਵਾਂਗੇ ਉਹਦੇ ਵਿੱਚ। ਜਿੰਨੇ ਵੀ ਵੱਧ ਤੋਂ ਵੱਧ ਮੇਰਾ ਖਿਆਲ ਮਹੀਨੇ ਜਾਂ 2 ਮਹੀਨੇ ਵਿੱਚ ਇੱਕ ਕਨਵੈਨਸ਼ਨ ਜਿਹੜੀ ਇਹੋ ਜਿਹੀ ਹੋਣੀ ਚਾਹੀਦੀ ਆ, ਤਾਂ ਕਿ ਅਸੀਂ ਆਪਣੀ ਸਿੱਖ ਕੌਮ ਨੂੰ ਜਿਹੜਾ ਜਾਗਰਤ ਕਰ ਸਕੀਏ। ਜਿਵੇਂ ਕਿ ਅੱਜ ਦੀ ਨਿਊਜ਼ ਆ ਕਿ 10 ਵਜੇ ਗੁਰੂ ਘਰ ਨੂੰ ਆਉਣ ਹੀ ਡਿਆ ਸੀ ਤੇ ਸਾਡਾ ਗੁਆਂਢੀ ਆ 117 ਤੇ ਜਾਨ ਮਿਸਟਰ ਗੋਰਾ, ਉਹਨੇ ਮੈਨੂੰ ਕਾਲ ਖੁਦ ਕੀਤੀ ਕਿ ਮਿਸਟਰ ਕੈਂਗ ਆਈ ਵਾਂਟ ਟੂ ਗਿਵ ਮਾਈ ਹਾਊਸ ਟੂ ਦ ਗੁਰਦੁਆਰਾ, ਕਿਉਂਕਿ ਮੈਂ 6 ਸਾਲ ਨੂੰ ਰਿਟਾਇਰ ਹੋਣਾ, ਮੇਰੇ ਨਾਲ ਤੁਸੀਂ ਭਾਵੇਂ ਉਹਦੀ ਅੱਜ ਪ੍ਰਾਈਸ ਮੁਕਾ ਲਓ ਭਾਵੇਂ 6 ਸਾਲਾਂ ਨੂੰ ਮੁਕਾ ਲਓ। ਮੈਂ ਇਸ ਗੁਰੂ ਘਰ ਨੂੰ ਮੈਂ ਸਿੱਖ ਕਮਿਊਨਿਟੀ ਨੂੰ ਬੜਾ ਲਾਈਕ ਕਰਦਾ, ਮੈਂ ਸਾਰੀ ਉਮਰ ਆਪਣੀ ਇੱਥੇ ਗੁਜ਼ਾਰੀ ਆ। ਇਹਨਾਂ ਲੋਕਾਂ ਨੇ ਮੇਰੇ ਨਾਲ ਬਹੁਤ ਵਧੀਆ ਸਲੂਕ ਕੀਤਾ। ਇਸੇ ਤਰ੍ਹਾਂ ਹੀ ਮੈਂ ਆਪਣੇ ਸਾਰੇ ਭੈਣਾਂ ਨੂੰ ਜਾਂ ਭਰਾਵਾਂ ਨੂੰ ਇਹੋ ਬੇਨਤੀ ਕਰਦਾ ਵੀ ਭਾਈ ਅਸੀਂ ਆਪਣੇ ਵਖਰੇਵਿਆਂ ਨੂੰ ਖਤਮ ਕਰੀਏ ਤੇ ਅਸੀਂ ਕੌਮ ਨੂੰ ਇੱਕ ਸੇਧ ਦੇ ਸਕੀਏ, ਤਾਂ ਕਿ ਜੇ ਅਸੀਂ ਇੱਕ ਪੋਲੀਟੀਕਲ ਤੌਰ ਤੇ ਵੀ ਇੰਡੀਆ ਪੰਜਾਬ ਦੇ ਵਿੱਚ ਵੀ ਅਸੀਂ ਇੱਕ ਥਾਂ ਯੂਨਾਈਟਡ ਹੋ ਕੇ ਤੇ ਅਸੀਂ ਜਿਹੜੀ ਸਾਡੀ ਐਸਪੀਜੀ ਆ ਉਹਦੇ ਤੋਂ ਆਪਣੇ ਅਕਾਲ ਤਖਤ ਨੂੰ ਆਜ਼ਾਦ ਕਰਵਾਈਏ ਤੇ ਅਸੀਂ ਆਪਣੇ ਵੀਰਾਂ ਨੂੰ ਜਿਹੜੇ ਕੋਈ ਵੀ ਜਿਹੜਾ ਸਾਡੀ ਸਿੱਖ ਕੌਮ ਨੂੰ ਸੇਧ ਦੇ ਸਕੇ ਅਸੀਂ ਉਹਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦੀ ਇਸ ਚੀਜ਼ ਦੀ ਸਮਰੱਥਾ ਰੱਖਦੇ ਹਾਂ। ਸੋ ਦਾਸ ਇਹਨਾਂ ਸ਼ਬਦਾਂ ਦੇ ਨਾਲ ਹੀ ਖੇਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜਿਹੜਾ ਪਰਚਾ ਸੀ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਸੁਣਿਆ ਵੀ ਹੋਵੇਗਾ, ਉਹ ਨਸ਼ਿਆਂ 'ਤੇ ਸੀ ਜੋ ਡਰੱਗਸ ਦਾ ਚੱਲ ਰਿਹਾ ਅੱਜ ਕੱਲ੍ਹ ਪੰਜਾਬ ਦੇ ਵਿੱਚ। ਅਤੇ ਮੈਂ ਦੇਖ ਰਹੀ ਸੀ ਕਿ ਉਸ ਪਾਸੇ ਬੀਬੀਆਂ ਬਹੁਤ ਘੱਟ ਨੇ, ਜਿੰਨੀ ਭਰਾਵਾਂ ਦੀ ਗਿਣਤੀ ਹੈ ਬੀਬੀਆਂ ਦੀ ਉਨੀ ਗਿਣਤੀ ਨਹੀਂ ਹੈ। ਮੈਂ ਬੋਲਣਾ ਤਾਂ ਕਿਸੇ ਹੋਰ ਵਿਸ਼ੇ 'ਤੇ ਹੈ, ਪਰ ਮੈਂ ਬੀਬੀਆਂ ਤੋਂ ਹੀ ਗੱਲ ਸ਼ੁਰੂ ਕਰਦੀ ਹਾਂ ਕਿ ਸਿੱਖ ਬੀਬੀਆਂ ਦਾ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਵਿੱਚ, ਇਹਨੂੰ ਫੈਲਾਉਣ ਦੇ ਵਿੱਚ ਬਹੁਤ ਯੋਗਦਾਨ ਰਿਹਾ। ਤੁਸੀਂ ਪੁੱਛ ਸਕਦੇ ਹੋ ਕਿ ਕਿਵੇਂ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਨੇ ਬੀਬੀਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਉਹਨਾਂ ਨੇ ਕਿਤੇ ਵੀ ਇਹ ਡਿਮਾਰਕੇਸ਼ਨ ਨਹੀਂ ਕੀਤੀ ਹੈ, ਇਸ ਕਿਸਮ ਦਾ ਅੰਤਰ ਨਹੀਂ ਕੀਤਾ ਕਿ ਜਿਹੜਾ ਸਾਨੂੰ ਗੁਰੂ ਵਾਲੇ ਹੋਣ ਦਾ ਅਧਿਕਾਰ ਹੈ ਉਹ ਸਿਰਫ ਪੁਰਸ਼ਾਂ ਨੂੰ ਹੈ, ਬੀਬੀਆਂ ਨੂੰ ਨਹੀਂ ਹੈ। ਦੂਸਰੀ ਗੱਲ, ਗੁਰੂ ਨਾਨਕ ਦੇਵ ਜੀ ਦੇ ਵਿੱਚ ਜਿਹੜਾ ਉਹਨਾਂ ਦੇ ਵਿੱਚ ਰੱਬੀ ਜੋਤ ਸੀ, ਉਹਦੀ ਸਭ ਤੋਂ ਪਹਿਲਾਂ ਪਛਾਣ ਜਿਹੜੀ ਕੀਤੀ ਹੈ ਉਹ ਬੀਬੀ ਨਾਨਕੀ ਨੇ ਕੀਤੀ ਹੈ। ਬੀਬੀ ਨਾਨਕੀ ਹੈ ਜਿਹੜੀ, ਉਹ ਗੁਰੂ ਨਾਨਕ ਦੀ ਪਹਿਲੀ ਸਿੱਖ ਹੈ। ਉਸ ਤੋਂ ਬਾਅਦ ਅਸੀਂ ਆ ਜਾਈਏ ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਜਿਹੜੀ ਹੈ ਉਹ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੂੰਹ ਹੈ, ਉਹਨਾਂ ਦੇ ਘਰ ਦੇ ਵਿੱਚ ਵਿਆਹੀ ਹੋਈ ਹੈ।
ਗੁਰੂ ਅਮਰਦਾਸ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸੀ, ਪਰ ਇੱਕ ਦਿਨ ਜਦੋਂ ਬੀਬੀ ਅਮਰੋ ਨੂੰ ਅੰਮ੍ਰਿਤ ਵੇਲੇ ਦੁੱਧ ਰਿੜਕਦਿਆਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਸੁਣਿਆ ਜਾਂ ਬਾਣੀ ਪੜ੍ਹਦਿਆਂ ਸੁਣਿਆ, ਉਹਨਾਂ ਦੇ ਮਨ ਦੇ ਵਿੱਚ ਇੱਕ ਖਿੱਚ ਪੈਦਾ ਹੋਈ ਅਤੇ ਉਹਨਾਂ ਨੇ ਬੀਬੀ ਜੀ ਨੂੰ ਪੁੱਛਿਆ ਕਿ ਤੁਸੀਂ ਇਹ ਕੀ ਪੜ੍ਹ ਰਹੇ ਸੀ, ਹੁਣੇ ਕੀ ਗਾ ਰਹੇ ਸੀ। ਉਹਨਾਂ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ